Hello students. Today our topic is components of 11 kV oblique 400 volt pole mounted substations। मतलब ਜਿਹੜੇ पोल mounted substations ਹੁੰਦੇ ਆ मतलब ਖੰਭਿਆਂ ਤੇ ਜਿਹੜੇ ਟਰਾਂਸਫਾਰਮਰਸ ਲਗਾ ਕੇ ਆਪਾਂ ਸਬਸਟੇਸ਼ਨ ਬਣਾਉਂਦੇ ਆ ਉਹਦੇ ਵਿੱਚ ਜਿਹੜਾ 11 kV ਤੋਂ 400 ਵੋਲਟ ਜਾਂ 220 ਵੋਲਟ ਆਪਾਂ ਜਿਹੜੀ ਬਣਾਉਂਦੇ ਹੈਗੇ ਆ ਉਹਦੇ ਲਈ ਜਿਹੜੇ ਕੰਪੋਨੈਂਟਸ ਆਪਾਂ ਨੂੰ ਚਾਹੀਦੇ ਆ ਜਾਂ ਜਿਹੜੇ ਕੰਪੋਨੈਂਟਸ ਲੱਗੇ ਹੁੰਦੇ ਆ ਉਹਨਾਂ ਬਾਰੇ ਆਪਾਂ ਅੱਜ ਥੋੜਾ ਡਿਸਕਸ ਕਰਾਂਗੇ। ਹੁਣ ਦੇਖੋ ਇਹਦੇ 'ਚ ਕਹਿ ਰਿਹਾ that the various components of such a substation are given in the next slide। मतलब एक डायग्राम दी हुई है बट ये जोड़े कंपोनेंट्स लगे उन्होंने डिटेल ਜਾਂ ਉਹਨਾਂ ਦਾ ਆਪਾਂ जो भी मतलब डिस्कस करना वो नैक्सट स्लाइड्स ਦੇ ਵਿੱਚ ਹੈਗਾ। एक ਤੁਹਾਨੂੰ जस्ट डायग्राम दिखाई है कि एक पोल दो पोल्स लगे हुए हैं उन्होंने एक ट्रांसफार्मर और उपर वायर्स जा रही हैं। देखो जिदा लो हाई टेंशन तो थल्ले पासे जो भी होता फिटिंग्स वगैरह सारी डायग्राम 'ਚ दिखाई है। बट अगे आप इन्हों की हुण डायग्राम ਦੇ ਵਿੱਚ जो कंपोनेंट्स लगे हुए उसकी डिटेल पढ़ांगे नैक्सट स्लाइड्स ਦੇ ਵਿੱਚ। ਹੁਣ ਦੇਖੋ ਆਪਾਂ ਸ਼ੁਰੂ ਕਰਦੇ ਹਾਂ ਕੰਪੋਨੈਂਟਸ। ਡਾਇਗਰਾਮ ਮੈਂ ਹਾਫ ਕੀਤੀ ਹੋਈ ਆ ਤਾਂ ਕਿ ਉਹਦਾ ਜਿਹੜਾ ਮਤਲਬ ਲੇਬਲ ਹੈਗੇ ਲੱਗੇ ਹੋਏ ਉਹ ਤੁਹਾਨੂੰ ਕਲੀਅਰ ਦਿਖ ਸਕਣ ਤੇ ਤੁਸੀਂ ਉਹਨੂੰ ਸਮਝ ਸਕੋ ਵੀ ਕਿੱਥੇ ਕਿਹੜੀ ਚੀਜ਼ ਲੱਗੀ, ਕਿਉਂਕਿ ਇਹਦੇ ਨੰਬਰਿੰਗ ਨਹੀਂ ਦਿੱਤੀ ਹੋਈ। ਮੈਂ ਪਰ ਤੁਹਾਨੂੰ ਬਹੁਤ ਸਲੋ ਆਰਾਮ ਨਾਲ ਸਮਝਾਊਂਗਾ। ਇਹ ਬਹੁਤ ਕਾਮਨ ਜੀਆਂ ਚੀਜ਼ਾਂ ਜਿਹੜੀਆਂ ਤੁਸੀਂ ਆਮ ਪੋਲਸ ਵਗੈਰਾ ਜਿਹੜੇ ਆ ट्रांसफार्मर्स पे होंगे कितने ध्यान ना देखो तो बड़े आराम नाल यह चीज़ां देखने को मिलणगियां उत्थे, क्योंकि कंपोनेंट सारे उस यूनिट ते लगे होंदे आ। पोल्स के आले दुआले ही पोल के उत्ते फिक्स किए होंगे सारा कुछ है जो आप हुण पढ़न लगे हाँ। पहला है देखो RCC पोल्स। कहंदा these are reinforced cement concrete poles which give supports to the transformer and conductors etc। मतलब पहला आपां नूं ट्रांसफार्मर जिस दी फाउंडेशन बनाउण लई दो पोल्स जिहड़े लगे हुए आ देखो दिख रहे तुहानूं। ये ਜਿਹੜੇ ਜੇ ਦੇਖਣ ਲਈ ਤੁਸੀਂ ਕਿਹੜੇ ਪੋਲਸ ਆ, ਹੁਣ ਇਹ ਤਾਂ ਤੁਸੀਂ ਛੋਟੇ ਨਿਆਣੇ ਨਹੀਂ ਆ ਪਰ ਫਿਰ ਵੀ ਚਲੋ ਮੈਂ ਤੁਹਾਨੂੰ ਦੱਸਦਾ। ਲੈਫਟ ਸਾਈਡ ਤੇ ਜਿਹੜਾ ਪੋਲ ਲੱਗਾ ਹੋਇਆ ਤੇ ਥੱਲੜੇ ਪਾਸੇ ਦੇਖੋ RCC ਪੋਲ ਲਿਖਿਆ। ਦੋ ਪੋਲ ਲੱਗੇ ਆ, ਇੱਕ ਲੈਫਟ ਤੇ ਇੱਕ ਰਾਈਟ ਦੇ ਉੱਤੇ ਲੱਗਾ ਹੋਇਆ। ਕਹਿੰਦਾ ਇਹ ਜਿਹੜਾ ਪੋਲਸ ਆ ਇਹ ਸਪੋਰਟ ਦਿੰਦੇ ਆ ਟਰਾਂਸਫਾਰਮਰ ਨੂੰ, ਕਿਉਂਕਿ ਆਪਾਂ ਟਰਾਂਸਫਾਰਮਰ ਕਿਤੇ ਫਿਕਸ ਤਾਂ ਕਰਨਾ ਨਾ, ਉਹਦੇ ਲਈ ਆਪਾਂ ਪੋਲ ਫਿੱਟ ਕਰ ਦਿੱਤੇ ਤੇ ਨਾਲ ਹੀ ਜਿਹੜਾ ਕੰਡਕਟਰਸ ਵਗੈਰਾ ਜਿਹੜੇ ਆਉਂਦੇ ਆ ਇਨਕਮਿੰਗ ਤੇ ਆਊਟਗੋਇੰਗ ਲਾਈਨਸ ਵਗੈਰਾ ਜੋ ਵੀ ਇਹਨੂੰ ਆਉਂਦੀਆਂ ਹੈਗੀਆਂ ਉਹਨਾਂ ਨੂੰ ਇਹ ਆਪਾਂ ਸਪੋਰਟ ਕਰਨ ਲਈ ਟਿਕਾਉਣ ਲਈ ਇਹ RCC ਪੋਲਸ ਜਿਹੜੇ ਯੂਜ਼ ਕਰਦੇ ਹੈਗੇ ਆ। ਨੰਬਰ 2 ਹੈ ਟਰਾਂਸਫਾਰਮਰ ਪਲੇਟਫਾਰਮ। ਹੁਣ ਤੁਸੀਂ ਦੇਖੋ ਜਿੱਥੇ ਪੋਲਸ ਤੋਂ ਬਿਲਕੁਲ ਥੱਲੜੇ ਪਾਸੇ ਇੱਕ ਦੇਖੋ ਟਰਾਂਸਫਾਰਮਰ ਬਣਿਆ ਹੋਇਆ, ਜਸਟ ਟਰਾਂਸਫਾਰਮਰ ਬਣਾਇਆ ਹੋਇਆ ਤੇ ਉਹਦੇ ਥੱਲੜੇ ਪਾਸੇ ਦੋ ਐਂਗਲ ਲੱਗੇ ਹੋਏ ਆ। ਜਿਹੜੇ ਜੋ ਐਂਗਲ ਲੱਗੇ ਆ ਇਹਨਾਂ ਨੂੰ ਆਪਾਂ ਕਹਿੰਦੇ ਆ ਟਰਾਂਸਫਾਰਮਰ ਪਲੇਟਫਾਰਮ। ਇਸ ਐਂਗਲਸ ਦੇ ਉੱਤੇ ਮਤਲਬ ਜਿੱਦਾਂ ਦੋ ਪੋਲਸ ਲੱਗੇ ਆ ਉਹਦੇ 'ਤੇ ਆਪਾਂ ਫਿਟਿੰਗ ਕਰਕੇ ਦੋ ਐਂਗਲ MS ਮਾਈਲਡ ਸਟੀਲ ਚੈਨਲ ਦੇ ਦੋ मतलब प्लेटफॉर्म बनाया है। उस प्लेटफॉर्म के उत्ते ट्रांसफार्मर जोड़ा हो आप टिकाने अकॉर्डिंग टू साइज़ कितना ट्रांसफार्मर आप लगाना किन्ने KV का हैगा उहदे मुताबिक तुसीं ये कंस्ट्रक्शन की जिहड़ी स्ट्रेंथ है वधा सकते हैं जां घटा सकते हैं, वो तुहाडे ते डिपेंड करता डिजाइनिंग के उत्ते। नंबर 3 ते ट्रांसफार्मर देखो सेंटर विच बिल्कुल थल्ले पासे एक ट्रांसफार्मर पिया होया। कहंदा ये 3 फेज़ 11 kV oblique 400 वोल्ट डेल्टा स्टार स्टैप डाउन ट्रांसफार्मर इज़ यूज्ड फॉर डिस्ट्रीब्यूशन पर्पज़। मतलब ਇਹਦਾ ਮਤਲਬ ਇਹ ਹੈ ਕਿ ਜਿਹੜੀ ਆਪਾਂ ਡਿਸਟ੍ਰੀਬਿਊਸ਼ਨ ਕਰਨੀ ਹੈ ਦੇਖੋ ਹੁਣ ਆਪਾਂ ਜੋ ਆਪਾਂ ਸਪਲਾਈ ਜਨਰੇਟ ਕੀਤੀ ਆਪਾਂ ਹੁਣ ਤੱਕ ਜੋ ਵੀ ਪੜਿਆ ਸਾਰਾ ਪਾਵਰ ਜਨਰੇਟ ਕਰਨ ਤੋਂ ਬਾਅਦ ਆਪਾਂ ਪਾਵਰ ਨੂੰ ਟਰਾਂਸਮਿਟ ਕੀਤਾ। ਟਰਾਂਸਮਿਟ ਕਰਨ ਤੋਂ ਬਾਅਦ ਆਪਾਂ ਹੁਣ ਕੰਜ਼ਿਊਮਰ ਤੱਕ ਉਹ ਟਰਾਂਸਫਾਰਮਰ ਜਿਹੜੀ ਸਪਲਾਈ ਆ ਪਾਵਰ ਆ ਉਹ ਪਹੁੰਚਾਉਣੀ ਹੈਗੀ ਆ। ਤੇ ਕੰਜ਼ਿਊਮਰ ਕੀ ਆ ਆਪਾਂ ਇੰਡਸਟਰੀ ਕਾਲਜਿਸ ਹੋਰ ਇੰਸਟੀਚਿਊਟ ਜਾਂ ਕੁਛ ਵੀ ਮਤਲਬ ਜਿੱਥੇ ਵੀ ਆਪਾਂ ਇਹ ਸਪਲਾਈ ਯੂਜ਼ ਕਰਨੀ ਆ ਤਾਂ ਉੱਥੇ ਬੇਸਿਕਲੀ ਇਹ ਜਿਹੜੀ ਸਪਲਾਈ ਆ 400 ਵੋਲਟ ਓਬਲੀਕ 220 वोल्ट मतलब 400 वोल्ट यूज़ की जा सकती है। 3 फेस है, अगर 220 या फिर आप सिंगल फेस है तो 220 यूज़ करते हैं। वो आपू ये ट्रांसफार्मर जो स्टैप डाउन ट्रांसफार्मर 11 kV क्योंकि साडी लाइन पिछों आ रही है तो अगे जी आप स्टैप डाउन करनी है 400 वोल्ट ਜਾਂ 220 वोल्ट ਜਿਹੜੀ ਇਹ ਉਹਦੇ ਲਈ ਦੇਖੋ 400 वोल्ट ਲਾਈਨ ਟੂ ਲਾਈਨ ਵੋਲਟੇਜ ਆ। ਜੇ ਸਾਨੂੰ ਕੱਲੀ 400 वोल्ट ਚਾਹੀਦੀ ਹੁੰਦੀ ਤਾਂ ਫਿਰ ਆਪਾਂ ਕੱਲਾ ਡੈਲਟਾ ਕਨੈਕਸ਼ਨ ਕਰਨੇ ਸੀ, ਕਿਉਂਕਿ ਉਹਦੇ ਵਿੱਚ ਆਪਾਂ ਨੂੰ ਨਿਊਟਰਲ ਦੀ ਲੋੜ ਨਹੀਂ ਆ। ਹੁਣ ਇੱਥੇ ਕਿਉਂਕਿ ਦੇਖੋ ਆਪਾਂ ਨੂੰ ਨਿਊਟਰਲ ਵੀ ਚਾਹੀਦੀ ਹੈ, ਇਸ ਕਰਕੇ ਕੀ ਲਿਖਿਆ ਇਹ 3 ਫੇਜ਼ 11 kV ਓਬਲੀਕ 400 वोल्ट। ਤੀਜਾ ਪੁਆਇੰਟ ਹੈ 400 वोल्ट ਕੌਮਾ ਡੈਲਟਾ ਸਟਾਰ ਸਟੈਪ ਡਾਊਨ ਟਰਾਂਸਫਾਰਮਰ। ਡੈਲਟਾ ਸਟਾਰ ਦਾ ਮਤਲਬ ਕੀ ਆ ਕਿ ਜਿਹੜੀ ਇਨਕਮਿੰਗ ਆ ਰਹੀ ਆ ਉਹ ਕਿਉਂਕਿ 3 ਤਾਰ ਆ ਰਹੀਆਂ 3 फेज़ RYB ਆ ਰਹੀ ਹੈ ਤਾਂ ਪਰ ਆਪਾਂ ਨੂੰ ਚਾਹੀਦੀਆਂ 4 ਵਾਇਰਸ ਕਿਹੜੀਆਂ 3 ਫੇਜ਼ ਚਾਹੀਦੇ ਤੇ ਇੱਕ ਨਿਊਟਰਲ ਚਾਹੀਦੀ ਹੈ। ਨਿਊਟਰਲ ਬਣਾਉਣ ਲਈ ਸਾਨੂੰ ਆਪਣੇ 3 ਫੇਜ਼ ਵਾਈਂਡਿੰਗ ਦੀ ਸਟਾਰ ਕਨੈਕਸ਼ਨ ਕਰਨੇ ਹੀ ਪੈਣਗੇ ਤਾਂ ਸਾਨੂੰ ਨਿਊਟਰਲ ਮਿਲ ਗਈ। ਇਸ ਕਰਕੇ ਜਿਹੜੀ ਪ੍ਰਾਇਮਰੀ ਸਾਈਡ ਆ ਉਧਰਲੇ ਪਾਸੇ ਡੈਲਟਾ ਲੱਗਾ ਹੋਇਆ ਕਨੈਕਸ਼ਨ ਹੈਗਾ ਤੇ ਦੂਜੇ ਪਾਸੇ ਸਟਾਰ ਕਨੈਕਸ਼ਨ ਜਿਹੜਾ ਸੈਕੰਡਰੀ ਸਾਈਡ ਆ ਉੱਥੇ ਸਟਾਰ ਕਨੈਕਸ਼ਨ ਕੀਤੇ ਤੇ ਸਟੈਪ ਡਾਊਨ ਟਰਾਂਸਫਾਰਮਰ ਹੈਗਾ ਇਹ। ਕਹਿੰਦਾ ਦਾ KVA ਰੇਟਿੰਗ ਆਫ ਟਰਾਂਸਫਾਰਮਰ ਡਿਪੈਂਡਸ ਅਪੋਨ ਦਾ ਕਨੈਕਟਡ ਲੋਡ ਆਫ
ਲੋਕੈਲਿਟੀ ਜਿੱਥੇ ਲੋਕੈਲਿਟੀ ਤੁਸੀਂ ਫਿੱਟ ਕਰਨਾ ਉਹਦੀ KVA ਕਿੰਨੀ ਉੱਥੇ ਦੀ ਲੋਡ ਹੈਗਾ, ਉਸ ਲੋਡ ਤੇ ਡਿਪੈਂਡ ਕਰਦੀ ਕਿੰਨੇ KVA ਦਾ ਤੁਸੀਂ ਟਰਾਂਸਫਾਰਮਰ ਲਗਾਉਣਾ। 100 kV ਦਾ, 200 kV ਦਾ, 300 500 kV ਤੱਕ ਦਾ ਟਰਾਂਸਫਾਰਮਰ ਜਿਹੜਾ ਆਪਾਂ ਪੋਲ ਮੋਟਰ ਟਰਾਂਸਫਾਰਮਰ ਲਗਾ ਸਕਦੇ ਹਾਂ ਹੁਣ। ਬਟ ਉਹਦੇ ਲਈ ਸਿਰਫ ਤੁਹਾਨੂੰ ਫਰਕ ਕੀ ਪਊਗਾ, ਜਿਹੜਾ 11 kV ਉਹਦਾ ਸਟਰਕਚਰ ਜਿਹੜਾ ਆਪਾਂ ਮਕੈਨੀਕਲ ਸਟਰਕਚਰ ਫਿਟਿੰਗ ਪੋਲਸ ਵਗੈਰਾ ਜਾਂ ਚੈਨਲਸ ਵਗੈਰਾ ਲਗਾਉਣੇ ਥੋੜ੍ਹੇ ਹਲਕੇ ਹੋਣਗੇ, ਅਤੇ ਜਿੱਥੇ 500 kV ਦਾ ਹੋਊਗਾ ਉੱਥੇ ਆਪਾਂ 4 ਪੋਲ ਲਗਾ ਕੇ ਵੱਡਾ ਬੇਸ ਬਣਾ ਕੇ ਪਲੇਟਫਾਰਮ ਬਣਾ ਕੇ ਉਹਦੇ 'ਤੇ ਉਹ ਟਰਾਂਸਫਾਰਮਰ ਰੱਖਾਂਗੇ। ਇੰਨਾ ਹੀ ਫਰਕ ਹੈਗਾ। ਚੌਥੇ ਨੰਬਰ 'ਤੇ ਹੈ ਇੰਸੂਲੇਟਰਸ। ਹੁਣ ਦੇਖੋ ਇੰਸੂਲੇਟਰਸ ਜਿਹੜੇ ਆਪਾਂ ਦੋ ਜਗ੍ਹਾ 'ਤੇ ਯੂਜ਼ ਕਰਦੇ ਹਾਂ। ਦੇਖੋ ਇੱਕ ਯੂਜ਼ ਕਰਦੇ ਹਾਂ ਬਿਲਕੁਲ ਟੌਪ 'ਤੇ, ਦੇਖੋ ਜਿਹੜੇ ਟੌਪ ਦੇ ਉੱਤੇ ਡਿਸਕ ਇੰਸੂਲੇਟਰ ਲਿਖਿਆ ਰਾਈਟ ਸਾਈਡ ਟੌਪ ਕਾਰਨਰ ਦੇ ਉੱਤੇ, ਜਿੱਥੇ R/B ਲਿਖਿਆ ਉਹਦੇ ਥੱਲੇ ਪਾਸੇ ਡਿਸਕ ਇੰਸੂਲੇਟਰ ਲਿਖਿਆ ਹੋਇਆ, ਡਿਸਕ ਇੰਸੂਲੇਟਰ। ਇੱਕ ਇੰਸੂਲੇਟਰ ਆਪਾਂ ਇਹ ਯੂਜ਼ ਕਰਦੇ ਹਾਂ। ਇੱਕ ਇੰਸੂਲੇਟਰ ਆਪਾਂ ਯੂਜ਼ ਕਰਦੇ ਹਾਂ ਪਿਨ ਟਾਈਪ ਇੰਸੂਲੇਟਰ। ਦੇਖੋ ਜਿਹੜੇ ਸੈਂਟਰ ਦੇ ਵਿੱਚ ਪੋਲਸ ਦੇ ਸੈਂਟਰ ਦੇ ਵਿੱਚ ਇੰਸੂਲੇਟਰਸ ਲੱਗੇ ਆ, ਤਿੰਨ ਇੰਸੂਲੇਟਰ ਲੱਗੇ ਆ ਬਿਲਕੁਲ ਪੋਲਸ ਦੇ ਟੌਪ ਦੇ ਉੱਤੇ ਸੈਂਟਰ ਦੇ ਵਿੱਚ ਸਿੱਧੇ ਸਾਹਮਣੇ ਵਰਟੀਕਲੀ ਖੜੇ ਆ। ਦੀਜ਼ ਆਰ ਦਾ ਪਿਨ ਟਾਈਪ ਇੰਸੂਲੇਟਰਸ। ਇਹ ਆਪਾਂ ਯੂਜ਼ ਕੀਤੇ। ਦੇਖੋ ਹੁਣ ਇੱਥੇ ਪਹਿਲਾਂ ਆਪਾਂ ਪਿਨ ਟਾਈਪ ਪੜ੍ਹਦੇ ਹਾਂ, ਕਹਿੰਦਾ ਨੋਰਮਲੀ 11 kV ਪਿਨ ਟਾਈਪ ਇੰਸੂਲੇਟਰ ਮੇਡ ਆਫ ਪੋਰਸਲੀਨ ਆਰ ਮਾਊਂਟਡ ਔਨ ਦਾ ਟੌਪ ਆਫ ਦਾ ਪੋਲ ਸਟਰਕਚਰ। ਦੇਖੋ ਟੌਪ ਆਫ ਦਾ ਪੋਲ ਸਟਰਕਚਰ ਦੇ 'ਤੇ ਇਹ ਲੱਗੇ ਹੋਏ ਆ। ਕਹਿੰਦਾ ਦੇ ਆਲਸੋ ਹਾਊਸ ਦਾ ਜੰਪਰਸ ਆਫ 11 kV ਲਾਈਨ। ਹੁਣ ਦੇਖੋ ਅੱਗੇ ਆਪਾਂ ਪੜ੍ਹਾਂਗੇ ਜੰਪਰ ਕੀ ਹੁੰਦੇ ਆ। ਜੰਪਰ ਵੈਸੇ ਤੁਸੀਂ ਦੇਖੋ ਦੇਖਣਾ ਆ ਤਾਂ ਟੌਪ ਤੋਂ ਜਿੱਥੇ ਇੰਸੂਲੇਟਰਸ ਲੱਗੇ ਉਹਦੇ ਥੱਲੇ ਪਾਸੇ ਇੱਕ ਐਂਗਲ ਲੱਗੇ ਦੋ, ਉਹਨਾਂ ਗੱਬੇ 'ਤੇ ਲਿਖਿਆ ਜੰਪਰ। ਦੇਖੋ ਜੰਪਰ ਜਿਹੜੇ ਆ ਕੀ ਹੁੰਦੇ ਆ ਮੈਂ ਤੁਹਾਨੂੰ ਫਰਦਰ ਸਮਝਾਉਣਾ। ਬਟ ਇਹ ਜੰਪਰਸ ਨੂੰ ਕਹਿੰਦਾ ਫਿਕਸ ਕਰਨ ਲਈ, ਅਤੇ ਜਿਹੜਾ ਆਪਣਾ ਸੈਂਟਰ ਦੇ ਵਿੱਚ ਜਿਹੜਾ ਕੰਡਕਟਰ ਜਾ ਰਿਹਾ ਜਾਂ ਉਹਨੂੰ ਫਿਕਸ ਕਰਨ ਲਈ ਆਪਾਂ ਇਹ ਜਿਹੜੇ ਆ ਪਿਨ ਟਾਈਪ ਇੰਸੂਲੇਟਰ ਜਿਹੜੇ ਆ ਯੂਜ਼ ਕਰਦੇ ਹੈਗੇ ਆ। ਹੁਣ ਦੇਖੋ ਪੰਜਵੇਂ ਨੰਬਰ 'ਤੇ ਹੈ ਸਟੇਨ ਇੰਸੂਲੇਟਰ। ਹੁਣ ਦੇਖੋ ਦੋ ਤਰ੍ਹਾਂ ਦੇ ਇੰਸੂਲੇਟਰ ਤੁਹਾਨੂੰ ਦੱਸਿਆ ਸੀ ਨਾ ਪਹਿਲਾਂ ਆਪਾਂ ਯੂਜ਼ ਕਰਦੇ ਹਾਂ। ਪਹਿਲਾ ਸੀਗਾ ਪਿਨ ਟਾਈਪ ਇੰਸੂਲੇਟਰਸ, ਉਹ ਆਪਾਂ ਦੱਸ ਕੇ ਸੈਂਟਰ ਦੇ ਵਿੱਚ ਫਿਕਸ ਕੀਤੇ ਆ। ਹੁਣ ਜਿਹੜੇ ਸਟੇਨ ਇੰਸੂਲੇਟਰ ਹੁੰਦੇ ਆ, ਜਿੱਦਾਂ ਤੁਸੀਂ ਪਹਿਲਾਂ ਪੜ੍ਹਿਆ ਕਿ ਇੱਕ ਆਪਾਂ ਸਸਪੈਂਸ਼ਨ ਟਾਈਪ ਇੰਸੂਲੇਟਰ ਯੂਜ਼ ਕਰਦੇ ਹਾਂ, ਇੱਕ ਸਟੇਨ ਇੰਸੂਲੇਟਰ ਯੂਜ਼ ਕਰਦੇ ਹਾਂ। ਕਹਿੰਦਾ these are disc type insulators used for taking up the strain of the line and are connected to the line conductors on one side and to the channel iron fixed on the poles of the other side। ਹੁਣ ਤੁਸੀਂ ਧਿਆਨ ਨਾਲ ਉੱਪਰਲੇ ਪਾਸੇ ਜਿਹੜੇ ਤਿੰਨ ਡਿਸਕ ਲੱਗੀਆਂ ਹੋਈਆਂ, ਦੇਖੋ 1 2 3 ਜਿਹੜੀਆਂ ਟੋਟਲ 9 ਡਿਸਕ ਲੱਗੀਆਂ, 3 ਇੰਸੂਲੇਟਰਸ ਲੱਗਿਆ 3 ਲਾਈਨ ਦੇ ਵਿੱਚ। ਇਹ ਜਿਹੜੇ 3 ਡਿਸਕ ਇੰਸੂਲੇਟਰਸ ਲੱਗੀਆਂ, ਕਹਿੰਦਾ ਇਹਦੇ ਇੱਕ ਪਾਸੇ ਆਪਾਂ ਕੰਡਕਟਰ ਨੂੰ ਫਿਕਸ ਕਰਦੇ ਹਾਂ, ਜਿੱਥੇ ਜਿਹੜਾ ਡਿਸਕ ਇੰਸੂਲੇਟਰ ਆ ਤਾਂ ਉਹਦੀ ਆਪਾਂ ਸੀਰੀਜ਼ ਬਣਾਈ ਹੈ, ਸਟਰਿੰਗ ਬਣਾਈ ਹੋਈ ਹੈ। ਦੇਖੋ ਤੁਸੀਂ ਇਹ ਸਾਰਾ ਕੁਝ ਪੜ੍ਹਿਆ ਹੋਇਆ। ਜੇ ਤੁਸੀਂ ਨਹੀਂ YouTube 'ਤੇ ਪੜ੍ਹਦੇ ਹੈਗੇ ਜਾਂ ਜੋ ਮੈਂ ਮਤਲਬ ਪਾਇਆ ਹੋਇਆ ਆਪਣਾ ਲੈਕਚਰ, ਅਗਰ ਤੁਸੀਂ ਨਹੀਂ ਦੇਖਦੇ ਤਾਂ ਮੇਰਾ ਕੋਈ ਕਸੂਰ ਨਹੀਂ ਆ, ਪਰ ਅਗਰ ਤੁਸੀਂ ਦੇਖਦੇ ਆ ਤਾਂ ਆਪਾਂ ਪੜ੍ਹਿਆ ਹੋਇਆ ਸੀਗਾ ਡਿਸਕ ਇੰਸੂਲੇਟਰ। ਤਾਂ ਇੱਕ ਤੋਂ ਵੱਧ ਡਿਸਕ ਜਦੋਂ ਆਪਾਂ ਸੀਰੀਜ਼ 'ਚ ਜੋੜ ਦਿੰਦੇ ਆ, ਮਤਲਬ ਇੱਕ ਤੋਂ ਵੱਧ ਮੀਨਸ ਇੱਕ ਤਾਂ ਜੋੜਾਂਗੇ ਨਹੀਂ ਸੀਰੀਜ਼ 'ਚ ਨਾ, ਦੋ ਹੋਣਗੀਆਂ ਘੱਟੋ ਘੱਟ ਫੇਰ ਜੁੜੂਗੀਆਂ ਸੀਰੀਜ਼। ਜਦੋਂ ਆਪਾਂ 2 ਜਾਂ 3 ਡਿਸਕ ਜਿਹੜੀਆਂ ਸੀਰੀਜ਼ 'ਚ ਜੋੜ ਦਿੰਦੇ ਹੈਗੇ ਤਾਂ ਐਂਡ ਦੈਟ ਆਰ ਕਾਲਡ ਸਟਰਿੰਗ। ਹੁਣ ਇਹ ਸਟਰਿੰਗ ਨੂੰ ਕਿੱਦਾਂ ਯੂਜ਼ ਕਰਦੇ ਆ, ਅਗਰ ਇਹ ਸਟਰਿੰਗ ਨੂੰ ਤੁਸੀਂ ਐਂਗਲ ਦੇ ਨਾਲ ਥੱਲੇ ਨੂੰ ਲਮਕਾ ਦਿੰਦੇ ਆ ਤਾਂ ਬਣ ਜਾਂਦਾ ਸਸਪੈਂਸ਼ਨ ਟਾਈਪ ਇੰਸੂਲੇਟਰ। ਅਗਰ ਇਹਨੂੰ ਵਰਟੀਕਲੀ ਹੌਰੀਜ਼ੈਂਟਲੀ ਤੁਸੀਂ ਐਂ ਲਗਾਉਂਦੇ ਹੈਗੇ ਜਿੱਦਾਂ ਐਸ ਸ਼ੇਪ 'ਚ ਲੱਗੇ ਹੋਏ ਆ, ਤਾਂ ਇਹ ਬਣ ਜਾਂਦਾ ਸਟੇਨ ਇੰਸੂਲੇਟਰ। ਇੰਸੂਲੇਟਰ ਮੀਨਸ ਹੈਗੇ ਡਿਸਕ ਇੰਸੂਲੇਟਰ ਹੀ ਆ, ਪਰ ਇਹਨਾਂ ਨੂੰ ਯੂਜ਼ ਕਿੱਦਾਂ ਕਰਦੇ ਉੱਤੇ ਇਹਦਾ ਨਾਮ ਡਿਪੈਂਡ ਕਰਦਾ। ਹੁਣ ਕਿਉਂਕਿ ਇਹ ਆਪਾਂ ਸਟੇਨ ਮੈਨੂੰ ਤਾਂ ਖਿੱਚ ਪੈਣੀ ਸਟੇਨ ਲਈ ਆਪਾਂ ਯੂਜ਼ ਕਰਦੇ ਪਏ ਹਾਂ, ਇਸ ਕਰਕੇ ਇਹਨੂੰ ਆਪਾਂ ਸਟੇਨ ਇੰਸੂਲੇਟਰ ਕਹਿੰਦੇ ਹਾਂ। ਕਹਿੰਦੇ ਇਸ ਸਟੇਨ ਇੰਸੂਲੇਟਰ ਦੇ ਵਿੱਚ ਦੇਖੋ R/B ਬਿਲਕੁਲ ਟੌਪ ਦੇ ਉੱਤੇ ਕੰਡਕਟਰ ਜਿਹੜੇ ਆ ਰਹੇ ਆ ਕਿਤੇੋਂ, ਉਹਨੂੰ ਦੇਖੋ ਜਦੋਂ ਪੋਲ ਨਾਲ ਅਟੈਚ ਕਰਨਾ, ਦੇਖੋ ਉਹ ਪਹਿਲਾਂ ਸਭ ਤੋਂ ਪਹਿਲਾਂ ਕਿੱਥੇ ਲੱਗਿਆ ਇੰਸੂਲੇਟਰਸ 'ਤੇ। ਇੰਸੂਲੇਟਰ ਦੀ ਇੱਕ ਸਾਈਡ ਜਿਹੜੀ ਕੰਡਕਟਰ ਨਾਲ ਫਿਕਸ ਕੀਤੀ ਆ, ਅਤੇ ਦੂਜਾ ਪਾਸਾ ਦੇਖੋ ਕਲੰਪ ਦੇ ਨਾਲ ਆਪਾਂ ਉਹਨੂੰ ਫਿੱਟ ਕੀਤਾ ਹੋਇਆ ਚੈਨਲ ਦੇ ਨਾਲ, ਜਿਹੜਾ ਪੋਲ ਦੇ ਨਾਲ ਚੈਨਲ ਫਿੱਟ ਕੀਤਾ ਉਸ ਚੈਨਲ ਨਾਲ ਫਿੱਟ ਕੀਤਾ। ਹੁਣ ਸਾਡਾ ਕੰਡਕਟਰ ਪਿੱਛੋਂ ਆਇਆ, ਪੋਲ ਤੋਂ ਦੇ ਨਾਲ ਕਨੈਕਟ ਹੋਣ ਤੋਂ ਪਹਿਲਾਂ ਉਹਦੇ ਗੱਬੇ ਕੀ ਲੱਗ ਗਿਆ ਇੰਸੂਲੇਟਰ, ਤਾਂ ਕਿ ਪੋਲ ਨੂੰ ਜਿਹੜੀ ਆ ਸ਼ਾਰਟ ਸਰਕਟ ਨਾ ਹੋਵੇ। ਇੱਦਾਂ 3 ਕੰਡਕਟਰਸ ਨੇ, ਇਸ ਕਰਕੇ 3 ਇੰਸੂਲੇਟਰ ਜਿਹੜੇ ਲੱਗੇ ਹੋਏ ਆ। ਹੁਣ ਆਪਾਂ ਪੂਰਾ ਪੜ੍ਹ ਵੀ ਲੈਂਦੇ ਕੋਈ, ਫਿਰ ਸ਼ੁਰੂ ਕਰਦੇ ਆਪਾਂ। ਦੇਖੋ ਟੌਪ ਤੋਂ ਸ਼ੁਰੂ ਕਰੋ। 5ਵਾਂ ਪੁਆਇੰਟ ਸਟੇਨ ਇੰਸੂਲੇਟਰ। ਕਹਿੰਦਾ these are disc type insulators used for taking up the strain of the line and are connected to the line conductors on one side, ਹੁਣੇ ਤੁਹਾਨੂੰ ਦੱਸਿਆ, and to the channel iron fixed to the pole on the other side। ਮਤਲਬ ਇੱਕ ਪਾਸੇ ਕੰਡਕਟਰ ਫਿਕਸ ਆ, ਦੂਜੇ ਪਾਸੇ ਉਹ ਚੈਨਲ ਦੇ ਨਾਲ ਫਿੱਟ ਹੈਗਾ। ਕਹਿੰਦਾ if the load of the line is less, ਕਹਿੰਦਾ ਅਗਰ ਲੋਡ ਜਿਹੜਾ ਆ ਲਾਈਨ ਦਾ ਘੱਟ ਹੈਗਾ ਤਾਂ only 3 insulators are used on each side of the pole, but however if the load on the line is more, ਫਿਰ ਕੀ ਕਰਦੇ ਆਪਾਂ 6 insulators 2 in parallel, 2 ਪੈਰਲਲ ਦੇ ਵਿੱਚ ਜੋੜ ਕੇ 6, 3 ਦੀ ਬਜਾਏ 6 ਇੰਸੂਲੇਟਰ ਲਾਂਗੇ ਅਗਰ ਲਾਈਨ ਦਾ ਜਿਹੜੀ ਵੋਲਟੇਜ ਜ਼ਿਆਦਾ ਹੈਗੀ ਆ। are used on each side to bear the load, ਤਾਂ ਫਿਰ ਕਿਉਂਕਿ ਕੰਡਕਟਰ ਹੈਵੀ ਆ
ਲੋਡ ਜ਼ਿਆਦਾ ਆ ਤਾਂ ਉਸ ਕੇਸ ਵਿੱਚ ਆਪਾਂ ਜਿਹੜੇ 6 ਕੰਡਕਟਰ ਮੀਨਸ 3 ਪੈਰਲਲ 'ਚ ਜੋੜ ਕੇ 6 ਕੰਡਕਟਰ ਜਿਹੜੇ ਆ ਆਪਾਂ ਯੂਜ਼ ਕਰ ਸਕਦੇ ਹਾਂ। ਡਿਪੈਂਡ ਕਰਦਾ, ਦੇਖੋ ਸਾਰੀਆਂ ਚੀਜ਼ਾਂ ਆਪਾਂ 3 ਦੀ ਬਜਾਏ 6 ਵੀ ਇੰਸੂਲੇਟਰ ਯੂਜ਼ ਕਰ ਸਕਦੇ ਹਾਂ, 4 ਵੀ ਯੂਜ਼ ਕਰ ਸਕਦੇ ਹਾਂ। ਇਹ ਡਿਪੈਂਡ ਕਰਦਾ ਸਾਡੀ ਕਿੰਨੀ ਵੋਲਟ ਹੈ, ਕਿਉਂਕਿ ਇੱਥੇ 11 kV 400 ਵੋਲਟ ਆ, ਇਸ ਕਰਕੇ ਆਪਾਂ ਜਿਹੜਾ ਇਹ 3 ਇੰਸੂਲੇਟਰ ਜਿਹੜੇ ਸਫੀਸ਼ੀਐਂਟ ਹੈਗੇ ਆ ਇਸ ਲਾਈਨ ਵਾਸਤੇ। ਇਸ ਤਰ੍ਹਾਂ ਇਹ ਸਟੇਨ ਇੰਸੂਲੇਟਰ ਜਿਹੜੇ ਆਪਾਂ ਯੂਜ਼ ਕਰਦੇ ਹੈਗੇ। ਹੁਣ ਦੇਖੋ ਜੰਪਰਸ, 6ਵਾਂ ਪੁਆਇੰਟ ਹੈ ਜੰਪਰਸ ਆਪਾਂ ਮੈਂ ਪਹਿਲਾਂ ਜਦੋਂ ਤੁਹਾਨੂੰ ਦੱਸਿਆ, ਹੁਣ ਆਪਾਂ ਇਹਦੇ ਬਾਰੇ ਪੜ੍ਹਦੇ ਹਾਂ। ਕਹਿੰਦਾ ਦੀਜ਼ ਆਰ ਮੇਡ ਆਫ ACSR ਕੰਡਕਟਰਸ, ਐਲੂਮੀਨੀਅਮ ਕੰਡਕਟਰ, ਸਟੀਲ ਰੀਨਫੋਰਸਡ ਕੰਡਕਟਰਸ ਐਂਡ ਆਰ ਯੂਜ਼ ਫॉर ਕਨੈਕਟਿੰਗ 11 kV ਲਾਈਨ ਕੰਡਕਟਰਸ ਔਨ ਈਦਰ ਸਾਈਡ ਆਫ ਦਾ ਪੋਲ ਸਟਰਕਚਰ। ਮਤਲਬ ਕਹਿੰਦੇ ਜਿਹੜੇ ਪੋਲ ਸਟਰਕਚਰ ਦੇ ਮਤਲਬ ਜਾ ਰਿਹਾ, ਜਦੋਂ ਆਪਾਂ ਹੁਣ ਜਿੱਥੇ ਸਪੋਜ਼ ਕਰੋ ਜੇ ਤਾਂ ਲਾਈਨ ਸਿੱਧੀ ਜਾਣੀ ਆ ਫਿਰ ਤਾਂ ਜੰਪਰਸ ਦੀ ਲੋੜ ਨਹੀਂ ਪੈਂਦੀ, ਕਿਉਂਕਿ ਲਾਈਨ ਜਾ ਰਹੀ ਹੈ, ਸਿੱਧੀ ਜਾ ਰਹੀ ਆ। ਬਟ ਜਦੋਂ ਆਪਾਂ ਪੋਲ ਸਬਸਟੇਸ਼ਨ ਬਣਾਉਣਾ ਹੈਗਾ ਤਾਂ ਸਾਨੂੰ ਉੱਥੋਂ ਲਾਈਨ ਨੂੰ ਬ੍ਰੇਕ ਕਰਨਾ ਪੈਣਾ। ਉਹਦੇ ਲਈ ਆਪਾਂ ਫਿਰ ਕੀ ਕਰਦੇ ਆ, ਮਤਲਬ ਇੱਕ ਪਾਸੇ ਕੰਡਕਟਰ ਆ ਰਿਹਾ, ਦੂਜੇ ਪਾਸੇ ਕੰਡਕਟਰ ਜਾ ਰਿਹਾ, ਦੋ ਪਾਸੇ ਮਤਲਬ ਇੱਥੇ ਇੱਕ ਪਾਸਾ ਸ਼ੋ ਕੀਤਾ ਨਾ ਸਟੇਨ ਇੰਸੂਲੇਟਰਸ ਦੇਖੋ ਡਾਇਗਰਾਮ ਦੇ ਵਿੱਚ। ਬਟ ਜੇ ਇਹ ਲਾਈਨ ਆਊਟਗੋਇੰਗ ਅੱਗੇ ਕੰਟੀਨਿਊ ਜਾ ਰਹੀ ਹੈਗੀ ਇਨਕਮਿੰਗ ਜਿਹੜੀ ਆ, ਤਾਂ ਇਹਦੇ ਦੂਜੇ ਪਾਸੇ ਵੀ ਮਤਲਬ ਲੈਫਟ ਸਾਈਡ ਵਾਲੇ ਪਾਸੇ ਤੇ ਰਾਈਟ ਸਾਈਡ ਦੋਨੇ ਪਾਸੇ ਇਹ ਜਿਹੜੇ ਇੰਸੂਲੇਟਰ ਲੱਗੇ ਹੋਣੇ ਸੀ, ਤੇ ਹੁਣ ਦੋਨੇ ਪਾਸੇ ਫਿਰ ਕੰਡਕਟਰ ਲੱਗੇ ਹੋਣੇ। ਹੁਣ ਇਹਨਾਂ ਕੰਡਕਟਰਸ ਨੂੰ ਜੋੜਨ ਲਈ, ਕਿਉਂਕਿ ਗੱਬੇ ਇੰਸੂਲੇਟਰ ਆ ਗਏ, ਕੰਡਕਟਰ ਟੂ ਕੰਡਕਟਰ ਕੰਟੀਨਿਊਟੀ ਜਿਹੜੀ ਖਤਮ ਹੋ ਗਈ, ਉਸ ਕੰਟੀਨਿਊਟੀ ਨੂੰ ਮੇਨਟੇਨ ਕਰਨ ਲਈ ਆਪਾਂ ਜੰਪਰਸ ਲਗਾਉਂਦੇ ਆ। ਹੁਣ ਦੇਖੋ ਧਿਆਨ ਨਾਲ, ਉੱਪਰੋਂ RYB ਕੰਡਕਟਰਸ ਲਿਖਿਆ, ਉਸ ਤੋਂ ਬਾਅਦ ਥੱਲੇ ਸਟੇਨ ਇੰਸੂਲੇਟਰ ਜਾਂ ਫਿਰ ਪਿਨ ਟਾਈਪ ਇੰਸੂਲੇਟਰਸ ਆ। ਉਹਨਾਂ ਪਿਨ ਟਾਈਪ ਇੰਸੂਲੇਟਰ ਜਿੱਥੇ ਫਿਕਸ ਕੀਤੇ ਹੋਇਆ MS ਚੈਨਲ ਦੇ ਉੱਤੇ, ਉਹਦੇ ਬਿਲਕੁਲ ਥੱਲੇ ਪਾਸੇ ਜੰਪਰ ਲਿਖਿਆ ਆ, ਦੇਖੋ ਜੰਪਰ। ਹੁਣ ਇਹ ਜੰਪਰ ਇੱਥੇ ਇਸ ਡਾਇਗਰਾਮ 'ਚ ਕੀ ਕੰਮ ਕਰਿਆ, ਕੰਡਕਟਰ ਤੋਂ ਸਪਲਾਈ ਲੈ ਕੇ ਜੰਪਰ ਜਿਹੜੇ ਥੱਲੇ ਜਿਹੜਾ ਗੈਂਗ ਆਪਰੇਟਿੰਗ ਸਵਿਚ ਹੈਗਾ ਉਹਨੂੰ ਇਹ ਸਪਲਾਈ ਦਿੱਤੀ ਹੋਈ ਆ, ਗੈਂਗ ਆਪਰੇਟਿੰਗ ਸਵਿਚ ਨੂੰ ਸਪਲਾਈ ਦਿੱਤੀ ਹੋਈ ਆ, ਜਿੱਥੇ ਇਹਦੇ ਕਨੈਕਸ਼ਨਸ ਚੱਲਦੇ ਹੈਗੇ ਆ, ਮਤਲਬ ਨਾਈਫ ਸਵਿਚ ਲੱਗੇ ਹੁੰਦੇ ਇਹ ਆਪਾਂ ਨੂੰ ਜਿੱਦਾਂ ਤੁਸੀਂ ਪੋਲਸ ਦੇ 'ਤੇ ਜਾ ਕੇ ਕਲੀਅਰ ਦੇਖ ਸਕਦੇ ਹੋ ਬਿਲਕੁਲ ਕਿ ਨਾਈਫ ਸਵਿਚ ਹੁੰਦੇ ਆ। ਇਹਦੇ ਥੱਲੇ ਪਾਸੇ ਅਗਲੀ ਡਾਇਗਰਾਮ ਆਪਾਂ ਜਦੋਂ ਨੈਕਸਟ ਸਮਝਾਊਂਗਾ ਉਹਦੇ ਥੱਲੇ ਗੈਂਗ ਆਪਰੇਟਿੰਗ ਸਵਿਚ ਹੁੰਦਾ, ਲੀਵਰ ਦੇ ਨਾਲ ਜਿਹੜਾ ਜਿਹੜੇ ਥੱਲੇ 3 ਕੰਡਕਟਰਸ ਦੇ ਲੱਗੇ ਇੰਸੂਲੇਟਰ ਦੇ ਲੱਗੇ ਆ, ਪਲੱਸ ਜੰਕਸ਼ਨ ਜਿਹਾ ਲੱਗਾ। ਇਹ ਦੇਖੋ ਇਹਦੇ ਥੱਲੇ ਬਿਲਕੁਲ ਸੈਂਟਰ ਦੇ ਵਿੱਚ ਨਾ ਇੱਕ ਜਿੱਥੇ TPMO ਲਿਖਿਆ ਨਾ ਸਾਈਡ ਤੇ, ਉਹ ਵਾਲਾ ਇੱਕ ਰੋਡ ਆ ਰਹੀ ਹੈ। ਇਹ ਰੋਡ ਤਿੰਨਾਂ ਨੂੰ ਆਪਸ ਵਿੱਚ ਜੋੜਦੀ ਆ, ਬਟ ਜਿਹੜੇ ਗੱਬੇ ਦੇ ਪੋਰਸ਼ਨ ਹੈ ਉਹ ਹੈਗਾ ਇੰਸੂਲੇਟਰਸ ਲੱਗੇ ਹੋਏ। ਹੁਣ ਇਹ ਇੰਸੂਲੇਟਰਸ ਇਸ ਰੋਡ ਨੂੰ ਇੰਸੂਲੇਟ ਕਰਦੇ ਹੈਗੇ ਸਪਲਾਈ ਤੋਂ, ਤੇ ਲੇਕਿਨ ਜਦੋਂ ਆਪਾਂ ਥੱਲੇ ਆਪਰੇਟ ਕਰਦੇ ਤੇ ਇਹਦੇ ਵਿੱਚ ਨਾਈਫ ਸਵਿਚ ਲੱਗਾ ਹੁੰਦਾ, ਉਹ ਜਾ ਕੇ ਉਹਨਾਂ ਕਨੈਕਟ ਹੋ ਜਾਂਦਾ ਤੇ ਉੱਪਰੋਂ ਸਪਲਾਈ ਜਿਹੜੀ ਉਹ ਫਿਰ ਵਾਪਸ ਥੱਲੇ ਟਰਾਂਸਫਾਰਮਰਸ ਨੂੰ ਆ ਜਾਂਦੀ ਹੈਗੀ ਹੈ। ਇਸ ਤਰ੍ਹਾਂ ਇਹ ਜੰਪਰਸ ਜਿਹੜੇ ਕੰਮ ਕਰਦੇ ਆ। ਅੱਗੇ ਹੈ 7ਵਾਂ ਪੁਆਇੰਟ ਫਿਊਜ਼ਸ। ਕਹਿੰਦਾ 1 ਫਿਊਜ਼ ਇਜ਼ ਪਲੇਸਡ ਔਨ in each phases wire of 11 kV primary side of the transformer for protection purpose। देखो 11 kV ਵਾਲੇ ਪਾਸੇ ਕਹਿੰਦਾ ਆਪਾਂ ਫਿਊਜ਼ਸ ਲਗਾਉਣੇ ਹੈਗੇ। ਦੇਖੋ ਵੋਲਟੇਜ ਜ਼ਿਆਦਾ ਹੈਗੀ ਆ, ਕਰੰਟ ਘੱਟ ਹੈਗਾ, ਇਸ ਕਰਕੇ ਆਪਾਂ ਬਹੁਤ ਬਰੀਕ ਫਿਊਜ਼ ਡਿਪੈਂਡ ਕਰਦਾ, ਉਹਦਾ ਸਾਈਜ਼ ਡਿਪੈਂਡ ਕਰਦਾ ਕਰੰਟ ਕੈਰਿੰਗ ਕੈਪੈਸਿਟੀ ਦੇ। ਹੁਣ ਇਹਦੇ ਵਿੱਚ ਕਿਉਂਕਿ 11 kV ਵੋਲਟੇਜ ਜ਼ਿਆਦਾ ਆ ਬਟ ਕਰੰਟ ਘੱਟ ਆ ਜਿਹੜੀ ਇਨਕਮਿੰਗ ਸਾਈਡ ਆ ਰਹੀ ਆ। ਹੁਣ ਜਿੱਥੇ ਤੁਹਾਨੂੰ ਮੈਂ ਦੱਸਿਆ TPMO ਲਿਖਿਆ, ਉਹਦੇ ਥੱਲੇ ਪਾਸੇ ਦੇਖੋ ਯੂਨਿਟਸ ਲਿਖਿਆ ਹੋਇਆ, ਡ੍ਰੌਪ ਡਾਊਨ ਫਿਊਜ਼ ਯੂਨਿਟ ਆ ਦੇਖੋ ਥੱਲੇ ਬਿਲਕੁਲ ਜਿੱਥੇ TPMO ਵਾਲਾ ਬਣਿਆ ਜਗਾੜ, ਉੱਤੋਂ ਥੱਲੇ ਪਾਸੇ ਫਿਊਜ਼ ਸੈੱਟ ਲਿਖਿਆ, ਫਿਊਜ਼ ਸੈੱਟ ਟਰਾਂਸਫਾਰਮਰ ਦੇ ਬਿਲਕੁਲ ਉੱਪਰ ਲਿਖਿਆ ਫਿਊਜ਼ ਸੈੱਟ। 1 2 3 ਇੱਕ ਆਰ 'ਚ ਲੱਗਾ, ਇੱਕ ਵਾਈ 'ਚ ਲੱਗਾ, ਇੱਕ ਬੀ 'ਚ, ਇਹ ਫਿਊਜ਼ਸ ਲੱਗੇ ਆ। ਕਹਿੰਦਾ ਫਿਊਜ਼ ਜਿਹੜੇ 11 kV ਲਾਈਨ ਵਾਲੇ ਪਾਸੇ ਆਪਾਂ ਲਗਾਉਣੇ ਹੈਗੇ ਆ, ਕਿਉਂਕਿ ਬੇਸਿਕਲੀ ਆਪਾਂ ਕੋਈ ਵੀ ਰਿਪੇਅਰ ਕਰਨਾ ਜਾਂ ਕੁਛ ਕਰਨਾ, ਆਪਾਂ ਸਭ ਤੋਂ ਪਹਿਲਾਂ ਗੈਂਗ ਆਪਰੇਟਿੰਗ ਸਵਿਚ ਤੋਂ ਇਸ ਪੋਲ ਦੀ ਇਨਕਮਿੰਗ ਸਪਲਾਈ ਜਿਹੜੀ ਆਫ ਕਰਾਂਗੇ, ਠੀਕ ਹੈ। ਇਸ ਕਰਕੇ ਸਭ ਤੋਂ ਪਹਿਲਾਂ ਫਿਊਜ਼ਸ ਦੇ ਥਰੂ ਸਪਲਾਈ ਜਿਹੜੀ ਉਹ ਟਰਾਂਸਫਾਰਮਰ ਨੂੰ ਜਾਏਗੀ। ਉਸ ਤੋਂ ਬਾਅਦ ਕਹਿੰਦਾ ਹੈ ਸਟੇ ਵਾਇਰਸ। ਜਿਹੜੀਆਂ ਸਟੇ ਵਾਇਰਸ ਹੈ, ਦੇਖੋ 8ਵਾਂ ਪੁਆਇੰਟ ਹੈ, ਸਟੇ ਵਾਇਰਸ ਕੀ ਹੈ, ਗੈਲਵਨਾਈਜ਼ ਸਟੈਂਡਰਡ ਮਤਲਬ ਜਿਹੜੇ ਬਲਦਾਰ, ਜਿਹੜੀਆਂ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਤੁਸੀਂ ਦੇਖੀ YouTube ਨਹੀਂ ਦੇਖੀ, ਮੈਨੂੰ ਹੁਣ ਉਹਦੇ ਨਾਲ ਕੋਈ ਲਿੰਕ ਨਹੀਂ, ਕਿਉਂਕਿ ਮੈਂ ਪੜ੍ਹਾਇਆ, ਤੁਸੀਂ ਨਹੀਂ ਪੜ੍ਹਿਆ ਉਹ ਵੱਖਰੀ ਗੱਲ ਆ। ਕਹਿੰਦਾ ਗੈਲਵਨਾਈਜ਼ਡ ਸਟੈਂਡਰਡ ਸਟੇ ਵਾਇਰਸ ਆਰ ਪ੍ਰੋਵਾਈਡਡ ਵਿਦ ਈਚ ਪੋਲ ਟੂ ਟੇਕ ਦਾ ਸਟ੍ਰੇਨ ਆਫ ਦਾ ਲਾਈਨ। ਮੰਨ ਲਓ ਹੁਣ ਇਹ 2 ਪੋਲ ਆ ਤੇ 4 ਸਟੇ ਵਾਇਰਸ ਲੱਗੀਆਂ ਹੋਣਗੀਆਂ। ਦੇਖੋ ਹੁਣ ਤੁਸੀਂ ਬਿਲਕੁਲ ਡਾਇਗਰਾਮ ਦੇ ਥੱਲੇ ਪਾਸੇ ਰਾਈਟ ਤੇ ਲੈਫਟ ਸਾਈਡ ਦੇ ਵਾਲੇ ਪਾਸੇ ਜਾਓ, ਬਿਲਕੁਲ ਥੱਲੇ ਪਾਸੇ ਬਾਹਰ ਨੂੰ 2 ਤਾਰਾਂ ਇੱਦਾਂ ਥੱਲੇ ਨੂੰ ਜਾ ਰਹੀਆਂ, 2 ਉੱਧਰ ਜਾ ਰਹੀਆਂ। ਦੀਜ਼ ਆਰ ਕਾਲਡ ਸਟੇ ਵਾਇਰਸ। ਇਹਨਾਂ ਨੂੰ ਆਪਾਂ ਸਟੇ ਵਾਇਰ ਕਹਿੰਦੇ। ਕਹਿੰਦਾ ਜਿਹੜੀ ਪੋਲ ਦੀ ਸਟ੍ਰੇਨ ਹੈ, ਪੋਲ ਜੇ ਇੱਕ ਪਾਸੇ ਨੂੰ ਜਾਂ ਦੂਜੇ ਪਾਸੇ ਖਿੱਚ ਪੈਂਦੀ ਆ, ਤੇ ਜਿਹੜੇ ਇਹ ਵਾਇਰਸ ਨੇ, ਸਟੇ ਵਾਇਰਸ ਨੇ, ਇਹਨੂੰ ਮੇਨਟੇਨ ਕਰਕੇ ਰੱਖਦੀਆਂ ਸਟ੍ਰੇਨ ਨੂੰ, ਜਿਹੜੇ ਪੋਲ ਦੇ ਉੱਤੇ ਸਟ੍ਰੇਨ ਪੈਂਦੀ ਹੈਗੀ ਆ। ਹੁਣ ਦੇਖੋ 9ਵਾਂ ਪੁਆਇੰਟ ਹੈ ਸਟੇ ਇੰਸੂਲੇਟਰਸ। ਹੁਣ ਦੇਖੋ ਜਿਹੜੀਆਂ ਸਟੇ ਵਾਇਰਸ ਤੁਹਾਨੂੰ ਦਿਖਾਈਆਂ, 2 ਇੱਧਰ ਲੱਗੀਆਂ ਰਾਈਟ ਸਾਈਡ ਤੇ, 2 ਲੈਫਟ ਸਾਈਡ ਤੇ, ਬਟ ਇਹਨਾਂ ਨੂੰ ਆਪਾਂ ਪੂਰਾ, ਕਿਉਂਕਿ ਐਰੋ ਸ਼ੋ ਇਹ ਕਰਦਾ ਪਿਆ ਕਿ ਸਟੇ ਵਾਇਰਸ ਥੋੜ੍ਹੀਆਂ ਦਿਖਾਈਆਂ, ਬਾਕੀ ਆਪਾਂ ਕੱਟ ਸੈਕਸ਼ਨ ਕੀਤਾ ਹੋਇਆ ਥੱਲੇ ਪਾਸੇ ਜਿਹੜਾ ਮਤਲਬ
ਜਿਹੜਾ ਜ਼ਮੀਨ ਵਾਲਾ ਪੋਰਸ਼ਨ ਆ ਉਹ ਇਹ 'ਚ ਨਹੀਂ ਦਿਖਾਇਆ ਹੋਇਆ, ਬਟ ਇਹਦੇ ਵਿੱਚ ਸਟੇ ਇੰਸੂਲੇਟਰਸ ਲੱਗੇ ਹੁੰਦੇ ਆ। ਸਟੇ ਵਾਇਰ ਤੋਂ ਗਰਾਊਂਡ ਦੇ ਨੂੰ ਆਪਸ ਵਿੱਚ ਇੰਸੂਲੇਟ ਕਰਨ ਲਈ 3 ਮੀਟਰ ਤੋਂ ਗਰਾਊਂਡ ਦੇ 3 ਮੀਟਰ ਲੈਵਲ ਦੇ ਉੱਤੇ ਆਪਾਂ ਜਾ ਕੇ ਪਹਿਲਾਂ ਸਟੇ ਇੰਸੂਲੇਟਰ ਲਗਾਉਂਦੇ ਹਾਂ, ਫਿਰ ਨੈਕਸਟ ਜਿਹੜੀ ਕੰਟੀਨਿਊਟੀ ਉਹ ਸਟੇ ਵਾਇਰ ਦੀ ਰੱਖਦੇ ਹੈਗੇ ਆ। ਕਹਿੰਦਾ ਦੀਜ਼ ਆਰ ਪਲੇਸਡ ਇਨ ਦਾ ਸਟੇ ਵਾਇਰ ਐਟ ਏ ਮਿਨੀਮਮ ਹਾਈਟ ਆਫ 3 ਮੀਟਰਸ। 3 ਮੀਟਰ ਹਾਈਟ ਤੋਂ ਥੱਲੇ ਜ਼ਮੀਨ ਤੋਂ ਲਗਾਉਂਦੇ ਹੈਗੇ ਆਪਾਂ ਇੰਸੂਲੇਟਰਸ। ਕਹਿੰਦਾ above the ground level these insulators are used to avoid the flow of the leakage current to earth। ਲੀਕੇਜ ਕਰੰਟ ਅਗਰ ਕੋਈ ਸਾਡੇ ਪੋਲਸ ਦੇ ਵਿੱਚ ਚੱਲਦਾ ਪਿਆ ਤਾਂ ਉਸ ਕਰੰਟ ਨੂੰ ਇਹ ਸਟਾਪ ਕਰ ਦਿੰਦੇ ਹੈਗੇ ਇੰਸੂਲੇਟਰਸ ਜਿਹੜੇ ਹੈਗੇ ਆ ਸਟੇ ਇੰਸੂਲੇਟਰਸ। ਤੇ 10ਵਾਂ ਪੁਆਇੰਟ ਹੈ ਐਂਕਰ ਰੋਡ, ਉਹ ਵੀ ਇਸੇ ਦਾ ਹੀ ਹਿੱਸਾ ਹੈ। ਮਤਲਬ ਇੱਕ ਸਟੇ ਵਾਇਰ ਨੂੰ ਦੇ ਵਿੱਚ ਜ਼ਮੀਨ ਦੇ ਵਿੱਚ ਫਿਕਸ ਕਰਨ ਲਈ ਆਪਾਂ ਉੱਤੇ ਐਂਕਰ ਰੋਡ ਦੇ ਥਰੂ ਉਹਨੂੰ ਜ਼ਮੀਨ 'ਚ ਫਿਕਸ ਕਰਦੇ ਹਾਂ। ਤੇ ਦੂਜੇ ਪਾਸੇ ਸਟੇ ਜਿਹੜੇ ਫਿਰ ਉਸ ਤੋਂ ਬਾਅਦ ਫਿਰ ਉਸੇ ਸਟੇ ਇੰਸੂਲੇਟਰ ਆਉਂਦਾ, ਉਸ ਤੋਂ ਬਾਅਦ ਫਿਰ ਪੋਲ ਦੇ ਨਾਲ ਸਟੇ ਵਾਇਰ ਨੂੰ ਅਟੈਚ ਕਰ ਦਿੰਦੇ। ਮਤਲਬ ਜਸ ਪੋਲ ਤੋਂ ਲੈ ਕੇ ਜ਼ਮੀਨ ਤੱਕ 2 ਚੀਜ਼ਾਂ ਆਉਂਦੀਆਂ, ਸਟੇ ਇੰਸੂਲੇਟਰ ਆਉਂਦਾ ਅਤੇ ਨਾਲ ਜਿਹੜਾ ਐਂਕਰ ਰੋਡ ਆਉਂਦੀ ਆ। ਐਂਕਰ ਰੋਡ ਦਾ ਕੰਮ ਹੁੰਦਾ ਉਹ ਸਟੇ ਵਾਇਰ ਨੂੰ ਟਾਈਟ ਕਰਨਾ ਜਾਂ ਲੂਜ਼ ਕਰਨਾ। ਇਹਦੇ ਵਿੱਚ ਐਡਜਸਟਿੰਗ ਨਟ ਬੋਲਟ ਲੱਗਾ ਹੁੰਦਾ ਇੱਕ ਲੰਬਾ, ਉਸ ਨੂੰ ਆਪਾਂ ਲੂਜ਼ ਟਾਈਟ ਕਰਾਂਗੇ ਤਾਂ ਸਾਡੀ ਸਟੇ ਵਾਇਰ ਵੀ ਉੱਦਾਂ ਹੀ ਲੂਜ਼ ਅਤੇ ਟਾਈਟ ਹੋ ਜਾਏਗੀ। ਇਸ ਤਰ੍ਹਾਂ ਇਹ ਐਂਕਰ ਰੋਡਸ ਜਿਹੜੀਆਂ ਵਰਕ ਕਰਦੀਆਂ, ਪਰ ਇਹਦੇ ਵਿੱਚ ਉਹ ਸ਼ੋਅ ਨਹੀਂ ਕੀਤੀਆਂ ਹੋਈਆਂ ਡਾਇਗਰਾਮ ਦੇ ਵਿੱਚ। ਹੁਣ ਦੇਖੋ ਅਗਲਾ ਪੁਆਇੰਟ ਹੈ ਗੈਂਗ ਓਪਰੇਟਿੰਗ ਸਵਿਚ। ਤੁਸੀਂ ਬੜੇ ਧਿਆਨ ਦੇ ਨਾਲ ਰਾਈਟ ਸਾਈਡ ਵਾਲਾ ਜਿਹੜਾ ਪੋਲ ਹੈ ਉੱਪਰੋਂ ਜਿਹੜੀ ਡਾਇਗਰਾਮ ਦਿਖ ਰਹੀ ਹੈ, ਤਾਂ ਉੱਪਰੋਂ ਥੱਲੇ ਨੂੰ ਸ਼ੋਅ ਕਰੋ ਜਾਓ। ਥੱਲੇ ਦੇਖੋ ਤੁਹਾਨੂੰ ਇੱਕ ਨਾ ਥੋੜ੍ਹਾ ਜਿਹਾ ਥੱਲੇ ਆਉਂਗੇ ਜਿੱਥੇ ਬੇਸਮੈਂਟ ਬਣੀ, ਮਤਲਬ ਬੇਸ ਬਣਿਆ ਹੋਇਆ, ਅਰਥ ਬਣੀ ਹੋਈ ਆ, ਬ੍ਰਿਕ ਵਰਕ ਹੋਇਆ ਜਿੱਥੇ, ਉਹ ਤੋਂ ਉੱਪਰਲੇ ਪਾਸੇ ਇੱਕ ਫੈਨ ਟਾਈਪ ਜਿਹਾ ਤੁਹਾਨੂੰ ਸਿੰਬਲ ਦਿਖਾਈ ਦੇ ਰਿਹਾ। ਰਾਈਟ ਸਾਈਡ ਦੇ ਪੋਲ ਦੇ ਉੱਪਰੋਂ ਟੌਪ ਤੋਂ ਥੱਲੇ ਨੂੰ ਆਓ ਤਾਂ ਤੁਹਾਨੂੰ ਇੱਕ ਫੈਨ ਦਾ ਮਤਲਬ ਸਿੰਬਲ ਦਿਖਾਈ ਦੇ ਰਿਹਾ, ਸੀਲਿੰਗ ਫੈਨ ਦਾ ਇੱਕ ਸਿੰਬਲ ਜਿਹਾ ਦਿਖਾਈ ਦੇ ਰਿਹਾ। ਐਕਚੁਅਲ 'ਚ ਉਹ ਸਿੰਬਲ ਸੀਲਿੰਗ ਫੈਨ ਦਾ ਨਹੀਂ ਆ, ਐਂਡ ਦੈਟ ਇਜ਼ ਦਾ ਗੈਂਗ ਓਪਰੇਟਿੰਗ ਸਵਿਚ ਦਾ ਹੈਂਡਲ ਆ। ਠੀਕ ਹੈ ਜੀ। ਹੁਣ ਉਸੇ ਪੋਲ ਦੇ ਉੱਪਰੋਂ ਸ਼ੁਰੂ ਕਰੋ, ਥੱਲੇ ਦੇਖੋ ਟਰਾਂਸਫਾਰਮਰ ਪਲੇਟ ਲਿਖੀ ਆ, ਫਿਰ ਸਵਿਚ ਫॉर ਸਟਰੀਟ ਲਾਈਟਨਿੰਗ ਲਿਖਿਆ ਹੋਇਆ, ਫਿਰ ਅਰਥ ਵਾਇਰ ਲਿਖੀ ਹੋਈ ਆ, ਫਿਰ GI ਪਾਈਪ ਲਿਖਿਆ ਹੋਇਆ, ਫਿਰ ਕਾਪਰ ਵਾਇਰ ਲਿਖੀ ਹੋਈ ਆ, ਉਸ ਤੋਂ ਬਾਅਦ ਗੈਂਗ ਓਪਰੇਟਿੰਗ ਸਵਿਚ ਲਿਖਿਆ ਹੋਇਆ, ਗੈਂਗ ਓਪਰੇਟਿੰਗ ਸਵਿਚ। ਇਹ ਗੈਂਗ ਓਪਰੇਟਿੰਗ ਤੁਸੀਂ ਆਮ ਦੇਖੋ ਜਦੋਂ ਜਾਓ ਕਿਤੇ ਰਸਤਿਆਂ ਦੇ ਵਿੱਚ ਕਿਤੇ ਦੇਖਿਆ ਹੋਊਗਾ, ਇੱਕ ਪੋਲ ਦੇ ਥੱਲੇ ਪਾਸੇ ਇੱਕ ਹੈਂਡਲ ਜਿਹਾ ਲੱਗਾ ਹੁੰਦਾ, ਜਿਹਨੂੰ ਕਈ ਵਾਰੀ ਤੁਸੀਂ ਦੇਖਿਆ ਹੋਵੇਗਾ ਇੰਪਲਾਈ ਜਿਹੜੇ ਆ ਸਪਲਾਈ ਬੰਦ ਕਰਨੀ ਜਾਂ ਚਾਲੂ ਕਰਨੀ ਆ ਤਾਂ ਬਹੁਤ ਜ਼ੋਰ ਦੇ ਝਟਕੇ ਦੇ ਨਾਲ ਉਹਨੂੰ ਖੋਲ੍ਹਦੇ ਅਤੇ ਬੰਦ ਕਰਦੇ। ਕਿਉਂਕਿ ਜਿੱਦਾਂ ਆਪਾਂ ਪਹਿਲਾਂ ਪੜ੍ਹਿਆ ਉੱਪਰ ਇੱਕ ਨਾਈਫ ਸਵਿਚ ਲੱਗਾ ਹੁੰਦਾ, TPMO ਉਹਨੂੰ ਕਹਿੰਦੇ ਆ, ਅਤੇ ਉਹ ਨਾਈਫ ਸਵਿਚ ਜਿਹੜਾ ਲੱਗਾ ਹੁੰਦਾ ਉਹ ਇਸ ਗੈਂਗ ਓਪਰੇਟਿੰਗ ਸਵਿਚ ਨਾਲ ਓਪਰੇਟ ਹੁੰਦਾ ਹੈਗਾ। ਇਹਨੂੰ ਆਪਾਂ ਗੈਂਗ ਓਪਰੇਟਿੰਗ ਸਵਿਚ ਕਹਿੰਦੇ। ਦੇਖੋ ਕੀ ਕਹਿੰਦਾ, ਗੈਂਗ ਓਪਰੇਟਿੰਗ ਸਵਿਚ ਇਜ਼ ਇੰਪਲਾਇਡ ਫॉर ਸਵਿਚਿੰਗ ਔਨ ਐਂਡ ਆਫ ਦਾ HT ਟਰਾਂਸਮਿਸ਼ਨ ਲਾਈਨ। ਮਤਲਬ ਇਹ ਸਵਿਚ ਜਿਹੜਾ HT ਵਾਲੇ ਪਾਸੇ ਲੱਗਾ ਆ ਅਤੇ HT ਟਰਾਂਸਮਿਸ਼ਨ ਲਾਈਨ ਨੂੰ ਜਿਹੜੀ ਆਪਣੀ ਲਾਈਨ ਆਉਂਦੀ ਪਿੱਛੋਂ ਉਹਨੂੰ ਔਨ ਜਾਂ ਆਫ ਕਰਦਾ ਹੈਗਾ। ਐਂਡ ਇਜ਼ ਇੰਸਟਾਲਡ ਔਨ ਦਾ ਪ੍ਰਾਇਮਰੀ ਸਾਈਡ ਆਫ ਦਾ ਟਰਾਂਸਫਾਰਮਰ, ਅਤੇ ਪ੍ਰਾਇਮਰੀ ਸਾਈਡ ਜਿਹੜੀ ਟਰਾਂਸਫਾਰਮਰ ਦੀ ਉੱਧਰਲੇ ਪਾਸੇ ਨੂੰ ਆਪਾਂ ਲਗਾਇਆ ਹੁੰਦਾ ਹੈਗਾ। ਐਂਡ ਦਿਸ ਇਜ਼ ਮੈਨੂਅਲੀ ਓਪਰੇਟਡ ਸਵਿਚ। ਇਹ ਕੋਈ ਆਟੋਮੈਟਿਕ ਨਹੀਂ ਹੈ ਕਿ ਫਾਲਟ ਪਿਆ ਸਵਿਚ ਓਪਰੇਟ ਹੋ ਜਾਊਗਾ, ਦਿਸ ਇਜ਼ ਦ ਮੈਨੂਅਲ ਸਵਿਚ। ਠੀਕ ਹੈ, ਆਪਾਂ ਇਹਨੂੰ ਮੈਨੂਅਲੀ ਓਪਰੇਟ ਕਰ ਸਕਦੇ ਹਾਂ। ਸਮਝ ਗਏ, ਸਿੰਪਲ ਸਵਿਚ ਹੈ ਜਿਹੜਾ ਕਿ ਆਪਾਂ ਨੂੰ LT ਲਾਈਨ ਨੂੰ ਜਿਹੜੀ ਸਬਸਟੇਸ਼ਨ ਉਹਦੀ HT ਲਾਈਨ ਨੂੰ ਔਨ ਆਫ ਕਰਦਾ ਹੈਗਾ। ਅਰਥਿੰਗ, ਹੁਣ ਦੇਖੋ ਬਿਲਕੁਲ ਥੱਲੜੇ ਪਾਸੇ ਰਾਈਟ ਸਾਈਡ ਦੇ ਬਾਹਰਲੇ ਪਾਸੇ ਨੂੰ ਇੱਕ ਅਰਥਿੰਗ ਕੀਤੀ ਹੋਈ ਆ, ਉਹਦੇ ਉੱਪਰ ਅਰਥਿੰਗ ਵਾਲਾ ਜਿਹੜਾ ਪੋਰਸ਼ਨ ਉਹਦੇ ਉੱਪਰ ਲਿਖਿਆ ਵਾਇਰ ਮੈਸ਼ ਲਿਖਿਆ ਹੋਇਆ, ਬ੍ਰਿਕ ਮੈਸ਼ਨਰੀ ਲਿਖਿਆ ਹੋਇਆ, ਅਤੇ ਇਹਦੇ ਵਿੱਚ ਇੱਕ ਕੀਪ ਟਾਈਪ ਜਾਂ ਮਤਲਬ ਫਨਲ ਜੀ ਬਣੀ ਹੋਈ ਆ, ਜਿਹਦੇ ਥਾਣੀ ਜਿਹੜਾ ਆਪਾਂ ਪਾਣੀ ਥੱਲੜੇ ਪਾਸੇ ਪੋਰਸ਼ਨ ਦੇ ਵਿੱਚ GI ਪਾਈਪ ਦੀ ਪਾਈਪ ਅਰਥਿੰਗ ਕੀਤੀ ਹੋਈ ਹੈ, ਉਹ 'ਚ ਆਪਾਂ ਪਾਣੀ ਪਾ ਸਕਦੇ ਹਾਂ। ਇਹ ਪੂਰੀ ਅਰਥਿੰਗ ਦਾ ਤੁਸੀਂ 3rd ਸਮੈਸਟਰ 'ਚ ਪੜ੍ਹਿਆ ਹੋਇਆ। ਅਰਥਿੰਗ ਕਾਹਦੇ ਲਈ ਆਪਾਂ ਯੂਜ਼ ਕਰਦੇ ਹਾਂ, ਇਹ ਚਾਰੇ ਪੋਲਸ ਨੂੰ ਆਪਾਂ ਪੂਰੇ ਸਟਰਕਚਰ ਨੂੰ ਅਰਥ ਕੀਤਾ ਹੁੰਦਾ, ਅਤੇ ਉਹ ਜਿਹੜੇ ਅਰਥਿੰਗ ਜਿਹੜੀ ਆਪਾਂ ਇਸ ਤਰ੍ਹਾਂ ਪਾਈਪ ਅਰਥਿੰਗ ਕਰਦੇ ਹੈਗੇ ਆ। ਰਾਈਟ ਸਾਈਡ 'ਤੇ ਬਿਲਕੁਲ ਰਾਈਟ ਸਾਈਡ 'ਤੇ ਇਹ ਤੁਹਾਨੂੰ ਅਰਥਿੰਗ ਦਿਖਾਈ ਦੇ ਰਹੀ ਹੈ। ਦੇਖੋ ਉੱਪਰ ਪੂਰਾ ਲਿਖਿਆ, ਸਭ ਤੋਂ ਪਹਿਲਾਂ ਹੈਗਾ ਓਪਨਿੰਗ, ਢੱਕਣ ਖੋਲ੍ਹੋ, ਫਿਰ ਬ੍ਰਿਕ ਮੈਸ਼ਨਰੀ, ਬ੍ਰਿਕ ਕੰਮ ਕੀਤਾ ਹੋਇਆ ਜਿਹਨਾਂ ਉਹਨੂੰ ਫਿਕਸਿੰਗ ਕਰਨ ਵਾਸਤੇ, ਫਿਰ ਉਹਦੇ ਫਨਲ ਲੱਗੀ ਹੋਈ ਉੱਪਰ, ਮਤਲਬ ਇੱਕ ਕੀਪ ਲੱਗੀ ਹੋਈ ਹੈ, 'ਚ ਤੁਸੀਂ ਪਾਣੀ ਪਾ ਸਕਦੇ ਆ ਡਰਾਈ ਮੌਸਮ ਦੇ, ਤਾਂ ਕਿ ਤੁਹਾਡੀ ਅਰਥਿੰਗ ਜਿਹੜੀ ਹੈ ਪ੍ਰੋਪਰ ਕੰਮ ਕਰੇ। ਫਿਰ GI ਪਾਈਪ ਆ ਰਿਹਾ ਥੱਲੇ 9 mm ਡਾਇਆ, ਅਤੇ ਥੱਲੜੇ ਪਾਸੇ ਦੇਖੋ ਕੰਕਰੀਟ ਪਾਇਆ ਹੋਇਆ ਕਹਿੰਦਾ 1 4 8 ਦਾ। ਉਸ ਤੋਂ ਬਾਅਦ ਇਹਨੂੰ GI ਪਾਈਪ ਫਿਰ 2 ਮੀਟਰ ਲੌਂਗ ਥੱਲੇ ਨੂੰ ਗਿਆ। ਮਤਲਬ ਸਾਰੀ ਡਿਟੇਲ ਇਹ 'ਤੇ ਲਿਖੀ ਹੋਈ ਹੈ, ਤੁਸੀਂ ਪੜ੍ਹ ਸਕਦੇ ਆ। ਤੁਹਾਡੇ ਅਗਰ ਤੁਸੀਂ ਬੁੱਕ ਖਰੀਦੋਗੇ ਤਾਂ ਬੁੱਕ ਦੇ ਵਿੱਚ ਵੀ ਇਹ ਪੋਰਸ਼ਨ ਜਿਹੜਾ ਦਿੱਤਾ ਹੋਇਆ ਹੈਗਾ। ਇਸ ਤਰ੍ਹਾਂ ਅਰਥਿੰਗ ਜਿਹੜੀ ਆਪਾਂ ਕਰਦੇ ਹਾਂ। ਕੀ ਕਹਿੰਦਾ, ਐਜ਼ ਪਰ ਇੰਡੀਅਨ ਇਲੈਕਟ੍ਰਿਸਿਟੀ ਰੂਲ ਸਬਸਟੇਸ਼ਨ ਸ਼ੁੱਡ ਬੀ ਅਰਥ ਐਟ 2 or more places।
ਹੁਣ ਇੱਥੇ ਅਰਥ ਜਿਹੜੀ ਆ ਘੱਟੋ ਘੱਟ ਮਿਨੀਮਮ ਤੋਂ ਮਿਨੀਮਮ 2 ਜਗ੍ਹਾ ਤੇ ਹੋਣੀ ਚਾਹੀਦੀ ਹੈ, ਜਾਂ ਜ਼ਿਆਦਾ ਵੀ ਆਪਾਂ ਕਰ ਸਕਦੇ ਹੈਗੇ, ਪਰ ਘੱਟੋ ਘੱਟ 2 ਜਗ੍ਹਾ ਤੇ ਇਸ ਪੂਰੇ ਸਟਰਕਚਰ ਨੂੰ ਅਰਥ ਕਰਨਾ ਪਏਗਾ। ਕਹਿੰਦਾ ਪਾਈਪ ਅਰਥਿੰਗ ਇਜ਼ ਸ਼ੋਨ ਇਨ ਦਾ ਫਿਗਰ। ਪਾਈਪ ਅਰਥਿੰਗ ਕਹਿੰਦਾ ਹੁਣ ਦੇਖੋ ਪੈਰਲਲ ਗਲੂ ਕਲੈਂਪਸ। ਪੈਰਲਲ ਗਲੂ ਕਲੈਂਪਸ ਜਿਹੜੇ ਆ ਇਹ ਆਪਾਂ ਯੂਜ਼ ਕਰਦੇ ਆ, ਜਿਹੜੇ ਐਕਚੁਅਲ ਕੀ ਹੁੰਦਾ ਕਿ ਮਤਲਬ ਇੱਕ ਕੰਡਕਟਿੰਗ ਮਟੀਰੀਅਲ ਦਾ ਇੱਕ ਕਲੰਪ ਹੁੰਦੇ ਆ, ਦੈਟ ਮੇ ਵੀ GI, ਦੈਟ ਮੇ ਵੀ ਆਇਰਨ, ਦੈਟ ਮੇ ਵੀ ਲੈਡ, ਕਿਸੇ ਵੀ ਚੀਜ਼ ਦਾ ਬਣਿਆ ਹੋ ਸਕਦਾ, ਮਤਲਬ ਉਹ ਕੰਡਕਟਿੰਗ ਮਟੀਰੀਅਲ ਹੁੰਦਾ, ਉਹਦੇ 'ਚ 2 ਪੈਰਲਲ ਗਰੂਵ ਬਣੇ ਹੁੰਦੇ ਆ। ਪੈਰਲਲ ਗਰੂਵ ਦੇ ਵਿੱਚ ਆਪਾਂ ਕਰਦੇ ਹਾਂ ਇੱਕ ਪਾਸੇ ਇੱਕ ਕੰਡਕਟਰ ਰੱਖ ਦਿੰਦੇ ਹਾਂ, ਦੂਜੇ ਪਾਸੇ ਦੂਜਾ ਕੰਡਕਟਰ ਰੱਖ ਦਿੰਦੇ ਹਾਂ, ਅਤੇ ਉਹ ਕਿਉਂਕਿ ਕੰਡਕਟਿੰਗ ਮਟੀਰੀਅਲ ਆ ਉਹਦੇ ਨਾਲ ਫਿਰ ਕਲੰਪ ਦੇ ਨਾਲ ਉਹਨੂੰ ਟਾਈਟ ਕਰਦੇ, ਕਿਉਂਕਿ ਉਹ ਕੰਡਕਟਿੰਗ ਮਟੀਰੀਅਲ ਆ, ਇਸ ਕਰਕੇ ਕਹਿੰਦਾ ਇਹ ਜਿਹੜਾ ਆ ਮਤਲਬ ਕਨੈਕਸ਼ਨ ਹੋ ਜਾਂਦਾ। ਹੁਣ ਕਿੱਥੇ ਯੂਜ਼ ਕਰਦੇ ਹਾਂ? ਜ਼ਿਆਦਾਤਰ ਆਪਾਂ ਯੂਜ਼ ਕਰਦੇ ਹਾਂ ਜਦੋਂ ਆਪਾਂ ਇੱਕ ਤਾਰ ਨੂੰ ਦੂਜੀ ਤਾਰ ਨਾਲ ਕਨੈਕਟ ਕਰਨਾ। ਹੁਣ ਜਿੱਦਾਂ ਕਹਿ ਲਓ ਤੁਸੀਂ ਪਹਿਲਾਂ ਡਾਇਗਰਾਮ ਦੇਖੀ, ਜੰਪਰ ਲਗਾਏ ਹੋਏ ਆਪਾਂ, ਹੁਣ ਜੰਪਰ ਕਿਹਦੇ ਨਾਲ ਅਟੈਚ ਕਰਨੇ ਆ? ਇੱਕ ਕੰਡਕਟਰ ਆ ਰਿਹਾ ਪਿੱਛੋਂ, ਉੱਥੋਂ ਆਪਾਂ ਜੰਪਰ ਨਾਲ ਉਹਨੂੰ ਅਟੈਚ ਕਰਕੇ ਦੂਜੇ ਕੰਡਕਟਰ ਨੂੰ ਸਪਲਾਈ ਦੇਣੀ ਆ। ਉੱਥੇ ਆਪਾਂ ਸਪਲਾਈ ਦਾ ਜਿਹੜਾ ਜੰਪਰ ਦਾ ਅਤੇ ਕੰਡਕਟਰ ਦਾ ਜਿਹੜਾ ਕਨੈਕਸ਼ਨ ਕਰਨਾ ਆਪਸ, ਉਹ ਕਿੱਦਾਂ ਕਰਨਾ ਹੈਗਾ? ਉਹ ਆਪਾਂ ਕਰਾਂਗੇ ਪੈਰਲਲ ਗਰੂਵ ਕਲੈਂਪਸ ਦੇ ਨਾਲ, ਠੀਕ ਹੈ। ਹੁਣ ਅੱਗੇ ਹੈ ਚੌਥਾ ਡੇਂਜਰ ਪਲੇਟ। ਤੁਸੀਂ ਦੇਖਿਆ ਹੋਊਗਾ ਹਰ ਇੱਕ ਇਲੈਕਟ੍ਰੀਕਲ ਇਕਵਿਪਮੈਂਟ ਦੇ ਉੱਤੇ, ਵੱਡੇ ਵੱਡੇ ਟਰਾਂਸਫਾਰਮਰ ਜਾਂ ਛੋਟਾ ਟਰਾਂਸਫਾਰਮਰ ਕਿਤੇ ਵੀ, ਈਵਨ ਪੋਲਸ ਦੇ ਉੱਤੇ ਵੀ ਇੱਕ ਪਲੇਟ ਲੱਗੀ ਹੁੰਦੀ ਹੈ, ਉਹਨੂੰ ਆਪਾਂ ਡੇਂਜਰ ਪਲੇਟ ਕਹਿੰਦੇ ਹਾਂ। ਉਹ ਜਿਹੜਾ ਕਹਿੰਦਾ 1 ਡੇਂਜਰ ਪਲੇਟ ਇਜ਼ ਫਿਕਸਡ ਔਨ ਈਚ ਪੋਲ ਐਜ਼ ਏ ਕੌਸ਼ਨ ਟੂ ਦਾ ਜਨਰਲ ਪਬਲਿਕ ਦੀ ਕੌਸ਼ਨ ਵਾਸਤੇ ਆਪਾਂ ਇੱਕ ਡੇਂਜਰ ਪਲੇਟ ਲਗਾ ਦਿੰਦੇ ਹਾਂ। ਐਂਟੀ ਕਲਾਈਮਿੰਗ ਡਿਵਾਈਸਿਸ, ਵੀ ਕੋਈ ਵੀ ਜਿਹੜਾ ਆ ਬੰਦਾ ਆ ਉਹ ਉੱਪਰ ਨਾ ਜਾ ਸਕੇ, ਜਾਂ ਕੋਈ ਵੀ ਜਾਨਵਰ ਵਗੈਰਾ ਕੋਈ ਉੱਪਰ ਨਾ ਜਾ ਸਕੇ, ਪੋਲ ਦੇ ਉੱਤੇ ਚੜ੍ਹ ਨਾ ਜਾਵੇ, ਉਹਦੇ ਲਈ ਆਪਾਂ ਕੀ ਕਰਦੇ ਹਾਂ? ਐਂਟੀ ਕਲਾਈਮਿੰਗ ਡਿਵਾਈਸਿਸ ਲਗਾਉਂਦੇ ਹਾਂ। ਇਹ ਐਕਚੁਅਲੀ ਇਟ ਇਜ਼ ਏ ਬਾਰਬੇਡ ਵਾਇਰ bound around the pole at a height of about 3 meters from the ground level to prevent the climbing on the pole। ਮਤਲਬ ਕਹਿੰਦਾ ਇੱਕ ਕੰਡੇ ਵਾਲੀ ਤਾਰ, ਜਿਹਨੂੰ ਆਪਾਂ ਕਹਿੰਦੇ ਸਿੰਪਲ ਕੰਡੇ ਵਾਲੀ ਤਾਰ, ਕਹਿੰਦਾ ਆਪਾਂ ਲਗਾ ਦਿੰਦੇ ਹਾਂ 3 ਮੀਟਰ ਹਾਈਟ ਤੋਂ ਉੱਪਰਲੇ ਪਾਸੇ, ਤਾਂ ਕਿ ਕੋਈ ਵੀ ਬੰਦਾ ਜਾਂ ਕੋਈ ਵੀ ਜਾਨਵਰ ਉਸ ਪੋਲ ਦੇ ਉੱਤੇ ਚੜ੍ਹ ਨਾ ਸਕੇ। ਹੁਣ ਹੈ GI pipes and bends। GI pipes and bends are employed for earthing purpose। ਕਹਿੰਦਾ ਅਰਥਿੰਗ ਪਰਪਸ ਲਈ ਆਪਾਂ GI ਪਾਈਪਸ ਅਤੇ ਬੈਂਡਸ ਵਗੈਰਾ ਯੂਜ਼ ਕਰਦੇ ਹਾਂ। ਤੁਸੀਂ ਦੇਖਿਆ ਹੋਊਗਾ, ਦੇਖੋ ਰਾਈਟ ਸਾਈਡ ਪੋਲ ਦੇ ਜਿੱਥੇ ਉੱਪਰ ਲਿਖਿਆ ਟਰਾਂਸਫਾਰਮਰ ਪਲੇਟ ਥੱਲੇ, ਉਹਦੇ ਥੱਲੇ ਇੱਕ GI ਪਾਈਪ ਲਿਖਿਆ ਹੈ। ਪਾਈਪ ਦਾ ਕੰਮ ਆ ਅਰਥ ਵਾਇਰ ਨੂੰ ਜਿੱਥੇ ਅਰਥਿੰਗ ਕੀਤੀ ਹੋਈ ਉਹਦੇ ਨਾਲ ਜੋੜਨ ਦਾ। ਹੁਣ ਆਪਾਂ GI ਪਾਈਪ ਜਿਹੜਾ ਉਹਦੇ ਲਈ ਯੂਜ਼ ਕਰਦੇ ਹੈਗੇ ਆ। VIR ਕੇਬਲ, ਵੈਲਕਨਾਈਜ਼ਡ ਇੰਡੀਅਨ ਰਬਰ ਕੇਬਲਸ। ਇਹ ਕੇਬਲਸ ਜਿਹੜੀਆਂ ਆਪਾਂ ਕਹਿੰਦਾ ਯੂਜ਼ ਕਰਦੇ ਹਾਂ, VIR ਕੇਬਲ ਸਿੰਗਲ ਕੋਰ ਕੇਬਲਸ ਆਰ ਰਿਕੁਆਇਰਡ ਫॉर ਕਨੈਕਟਿੰਗ LT ਸਵਿਚਸ ਟੂ ਟਰਾਂਸਫਾਰਮਰ LT ਸਾਈਡ। ਹੁਣ ਮਤਲਬ ਦੇਖੋ ਆ ਤੁਸੀਂ ਕਾਫੀ ਸਾਰਾ ਦੇਖਿਆ ਹੋਊਗਾ, ਡਰਾਇੰਗ ਬਣਾਈ ਹੋਊਗੀ, TPIC ਸਵਿਚ ਲੱਗੇ ਹੁੰਦੇ ਆ, ਇਹਨੂੰ ਆਪਾਂ ਕਹਿੰਦੇ ਟ੍ਰਿਪਲ ਪੋਰ ਆਇਰਨ ਕਲੈਡ ਸਵਿਚਿਸ। ਆ ਦੇਖੋ ਕਿੰਨੇ ਬੜੇ ਲੱਗੇ ਹੋਏ ਆ। ਇਹ ਜੋ ਲਿਖਿਆ ਦੇਖੋ, ਸਵਿਚ ਫॉर ਫੀਡਰ 1, ਸਵਿਚ ਫॉर ਫੀਡਰ 2, ਸਵਿਚ ਫॉर ਫੀਡਰ 3, ਇਹ ਸਾਰੇ TPI ਸਵਿਚ ਆ। ਕਹਿੰਦਾ ਇਹਨਾਂ ਨੂੰ ਆਪਾਂ ਟਰਾਂਸਫਾਰਮਰ ਤੋਂ ਕਨੈਕਸ਼ਨ ਜਿਹੜਾ ਕਰਨਾ ਹੈਗਾ ਆ LT ਸਾਈਡ ਦਾ, ਉਹ ਆਪਾਂ ਇਹ ਕੇਬਲਸ ਦੇ ਥਰੂ ਕਰਦੇ ਹੈਗੇ। ਇੱਕ ਫੇਸ ਲਈ ਇੱਕ ਕੇਬਲ ਯੂਜ਼ ਕਰਕੇ, ਦੂਜੇ ਫੇਸ ਲਈ ਦੂਜੀ, ਤੀਜੇ ਲਈ ਤੀਜੀ, ਇਸ ਤਰ੍ਹਾਂ ਇਹ VIR ਕੇਬਲਸ ਜਿਹੜੀਆਂ ਯੂਜ਼ ਕਰਦੇ ਹਾਂ। ਅਤੇ ਲਾਸਟ ਵਨ ਹੈ TPIC ਸਵਿਚ, ਟ੍ਰਿਪਲ ਪੋਰ ਆਇਰਨ ਕਲੈਡ। ਟ੍ਰਿਪਲ ਪੋਰ iron clad switch with fuses is provided on the secondary side of the transformer to control the distribution line। ਮਤਲਬ ਜਿੰਨੇ ਕਨੈਕਸ਼ਨਸ ਆਪਾਂ ਜਿੰਨੀ ਸਪਲਾਈ ਦਿੱਤੀ ਆ, ਮਤਲਬ ਬਲੋਕ ਨੰਬਰ 1 2 3 4 5, ਮਤਲਬ ਆਪਾਂ ਜੋ ਵੀ ਨਾਮ ਦਿੱਤੇ ਹੈਗੇ ਆ, ਉਹਨਾਂ ਸਾਰਿਆਂ ਲਈ ਆਪਾਂ ਜਿਹੜੀ ਸਪਲਾਈ ਭੇਜਦੇ ਹਾਂ ਥਰੂ TPI ਸਵਿਚਿਸ ਦੇ ਥਰੂ ਭੇਜਦੇ ਹੈਗੇ ਆ। ਇਸ ਤਰ੍ਹਾਂ ਜੋ ਬੇਸਿਕਲੀ ਭੇਜਦੇ ਆ, ਬਟ ਅੱਜ ਕੱਲ੍ਹ ਜਿੱਦਾਂ ਨਹੀਂ ਲਾਉਂਦੇ ਉਹ ਵੱਖਰੀ ਗੱਲ ਹੈ, ਬਟ ਜੋ ਗੌਰਮੈਂਟ ਵੱਲੋਂ ਅਪਰੂਵਡ ਹੈਗਾ ਉਹ ਇਸ ਤਰ੍ਹਾਂ ਪੂਰਾ ਇਹ ਆਪਾਂ ਜੁਗਾੜ ਕਰਦੇ। ਅਰਥਿੰਗ ਹੋਣੀ ਚਾਹੀਦੀ ਆ, ਪ੍ਰੋਪਰ ਅਰਥਿੰਗ ਹੋਣੀ ਚਾਹੀਦੀ ਆ, TPI ਸਵਿਚਿਸ ਦੇ ਥਰੂ ਸਪਲਾਈ ਜਾਣੀ ਚਾਹੀਦੀ ਆ। ਆਪਾਂ ਉਸ ਤੋਂ ਬਾਅਦ ਫਰਦਰ ਜਿਹੜਾ ਆ ਮਤਲਬ ਆਪਣਾ ਦੂਜੇ ਪਾਸੇ ਜਿਹੜਾ ਆ ਫਿਊਜ਼ਿਸ ਲੱਗੇ ਹੋਏ ਆ, ਇੱਧਰ TPIC ਸਵਿਚਿਸ ਲੱਗੇ ਹੋਏ ਆ। ਇਸ ਤਰ੍ਹਾਂ ਇਹ ਪੂਰਾ ਜਿਹੜਾ ਸਟਰਕਚਰ ਆ ਇਹ ਹੈ। ਦੇਖੋ ਇਹ ਹੈਗਾ 50 KVA ਦਾ ਟਰਾਂਸਫਾਰਮਰ ਹੈਗਾ, ਇੱਥੇ ਲੱਗਾ ਹੋਇਆ 50 KVA ਦਾ, ਠੀਕ ਹੈ ਨਾ ਜੀ। ਇਸ ਤਰ੍ਹਾਂ ਇਹ ਪੂਰਾ ਸਿਸਟਮ